ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪੰਜਾਬ ਜੌਬਸ ਅਕੈਡਮੀ ਤੇ। ਪਿਛਲੀਆਂ ਕੁਝ ਵੀਡੀਓਜ਼ ਦੇ ਵਿੱਚ ਆਪਾਂ ਕਰੰਟ ਅਫੇਅਰਸ ਦੇ ਕਈ ਟੌਪਿਕ ਕਵਰ ਕਰ ਚੁੱਕੇ ਹਾਂ। ਜਿਹੜੇ ਬੱਚਿਆਂ ਨੇ ਉਹ ਵੀਡੀਓਜ਼ ਧਿਆਨ ਨਾਲ ਦੇਖੀਆਂ ਨੇ, ਉਮੀਦ ਹੈ ਉਹਨਾਂ ਨੂੰ ਅੱਗੇ ਆਉਣ ਵਾਲੇ ਪੇਪਰਾਂ ਦੇ ਵਿੱਚ ਕਰੰਟ ਅਫੇਅਰ ਦੀ ਕਮੀ ਮਹਿਸੂਸ ਨਹੀਂ ਹੋਵੇਗੀ। ਹੁਣ 13 ਤਰੀਕ ਨੂੰ ਫੋਰੈਸਟ ਗਾਰਡ ਦਾ ਪੇਪਰ ਵੀ ਹੈ, ਮਤਲਬ ਕੱਲ੍ਹ ਫੋਰੈਸਟ ਗਾਰਡ ਦਾ ਪੇਪਰ ਹੈ। ਜਿਹੜੇ ਬੱਚਿਆਂ ਨੇ ਵੀਡੀਓਜ਼ ਧਿਆਨ ਨਾਲ ਦੇਖੀਆਂ ਨੇ, ਉਮੀਦ ਕਰਦੇ ਹਾਂ ਉਹਨਾਂ ਨੂੰ ਕਰੰਟ ਅਫੇਅਰ ਦੀ ਕਮੀ ਮਹਿਸੂਸ ਨਹੀਂ ਹੋਵੇਗੀ। ਅਤੇ ਅੱਜ ਆਪਾਂ ਡਿਸਕਸ ਕਰਨੀ ਹੈ ਇੰਪੋਰਟੈਂਟ ਇੰਸਟੀਟਿਊਸ਼ਨਸ ਨੇ ਜਿਹੜੀਆਂ ਇੰਡੀਆ ਦੀਆਂ ਅਤੇ ਵਰਲਡ ਦੀਆਂ, ਉਹਨਾਂ ਦੇ ਹੈੱਡਕੁਆਟਰ, ਉਹਨਾਂ ਦੀ ਡਿਟੇਲਸ ਜਿੰਨਾ ਪੋਸੀਬਲ ਹੈ ਆਪਾਂ ਉਹਨਾਂ ਦੀ ਡਿਟੇਲਸ ਬਾਰੇ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। RBI, ਵਰਲਡ ਬੈਂਕ, IMF, ADB, ਇਹ ਇੰਸਟੀਟਿਊਸ਼ਨਸ ਨੇ ਜਿਹੜੀਆਂ ਅਕਸਰ ਇਹ ਨਿਊਜ਼ ਦੇ ਵਿੱਚ ਰਹਿੰਦੀਆਂ ਨੇ। ਠੀਕ ਹੈ ਜੀ, ਚੱਲਦੇ ਹਾਂ। ਆਪਾਂ ਅੱਜ ਦੀ ਪਹਿਲੀ ਇੰਸਟੀਟਿਊਸ਼ਨ ਆਪਣੇ ਕੋਲ BCCI ਭਾਰਤੀ ਕ੍ਰਿਕਟ ਕੰਟਰੋਲ ਬੋਰਡ, ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ। ਬਣੀ ਕਦੋਂ ਸੀ ਇਹ? ਦਸੰਬਰ 1928 ਦੇ ਵਿੱਚ। ਬੋਰਡ ਆਫ ਕੰਟਰੋਲ ਫॉर ਕ੍ਰਿਕਟ ਇਨ ਇੰਡੀਆ 1928 ਦੇ ਵਿੱਚ ਬਣੀ ਸੀ। ਮੁੰਬਈ ਦੇ ਵਿੱਚ ਹੈੱਡਕੁਆਟਰ ਇਹਦਾ। ਇਹਦੇ CEO ਬਣੇ ਨੇ ਹਿਮਾਂਗ ਆਮਿਨ ਅਤੇ ਇਹਦੇ ਪ੍ਰੈਜ਼ੀਡੈਂਟ ਜਿਹੜੇ ਬਣੇ ਨੇ ਰੋਜ਼ਰ ਬਿੰਨੀ ਬਣੇ ਨੇ। ਅਕਤੂਬਰ 2022 ਤੱਕ ਇਹਦੇ ਪ੍ਰੈਜ਼ੀਡੈਂਟ ਸੀ ਸੌਰਵ ਗਾਂਗੁਲੀ। ਠੀਕ ਹੈ ਜੀ, ਤਾਂ ਅਕਤੂਬਰ ਦੇ ਵਿੱਚ ਕੌਣ ਬਣ ਗਏ? ਰੋਜ਼ਰ ਬਿੰਨੀ। ਮਹਿਲਾ ਟੀਮ ਦੇ ਕੋਚ ਨੇ ਰਮੇਸ਼ ਪਵਾਰ ਅਤੇ ਜਿਹੜੀ ਮੈਨ ਟੀਮ ਆ ਉਹਦੇ ਕੋਚ ਨੇ ਰਾਹੁਲ ਦ੍ਰਵਿੜ। ਇਹਦਾ ਮੁੱਖ ਕੰਮ ਕੀ ਹੈ BCCI ਦਾ? BCCI ਦਾ ਮੁੱਖ ਕੰਮ ਹੈ ਭਾਰਤ ਦੇ ਵਿੱਚ ਕ੍ਰਿਕਟ ਦਾ ਸੰਚਾਲਨ ਕਰਨਾ। ਠੀਕ ਹੈ, ਮੁੰਬਈ ਦੇ ਵਿੱਚ ਕਾਫੀ ਇੰਡੀਆ ਦੀਆਂ ਫੇਮਸ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਦੇ ਆਫਿਸ ਨੇ। ਵੈਸੇ ਤਾਂ ਸਾਰੀਆਂ ਦੀ ਅੱਗੇ ਡਿਟੇਲਸ ਦਿੱਤੀ ਹੋਈ ਆ, ਪਰ ਫਿਰ ਵੀ ਇੱਕ ਵਾਰ ਦੇਖ ਲਓ। RBI, SBI, SEBI, LIC, ਠੀਕ ਹੈ, ਅਤੇ ਨਾਬਾਰਡ ਅਤੇ ਇੱਕ CBFC ਸੈਂਟਰਲ ਬੋਰਡ ਫॉर ਫਿਲਮ ਸਰਟੀਫਿਕੇਸ਼ਨ, ਸੈਂਸਰ ਬੋਰਡ ਵੀ ਜਿਹਨੂੰ ਕਹਿੰਦੇ ਆ। ਠੀਕ ਆ, ਇਹ ਜਿੰਨੇ ਵੀ ਇਹ ਸੰਸਥਾਵਾਂ ਨੇ, ਇਹਨਾਂ ਦੇ ਜਿਹੜੇ ਹੈੱਡਕੁਆਟਰ ਨੇ ਉਹ ਮੁੰਬਈ ਦੇ ਵਿੱਚ ਹੀ ਨੇ। ਠੀਕ ਹੈ ਜੀ, ਅਗਲੀ ਇੰਸਟੀਟਿਊਸ਼ਨ ਆਪਣੇ ਕੋਲ RBI, ਰਿਜ਼ਰਵ ਬੈਂਕ ਆਫ ਇੰਡੀਆ, ਬਹੁਤ ਜ਼ਿਆਦਾ ਫੇਮਸ। ਇਹਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਹੈ। 1 ਅਪ੍ਰੈਲ 1935 ਨੂੰ ਇਹਦੀ ਸਥਾਪਨਾ ਹੋਈ ਸੀ। RBI ਦੇ ਜਿਹੜੇ ਇਸ ਟਾਈਮ ਗਵਰਨਰ ਨੇ ਉਹ ਨੇ ਸ਼ਕਤੀਕਾਂਤ ਦਾਸ। ਇਹ 25ਵੇਂ ਨੰਬਰ ਦੇ ਨੇ, 25th। ਪਹਿਲੇ ਕੌਣ ਸੀ? ਔਸਬੋਰਨ ਸਮਿਥ। ਠੀਕ ਹੈ ਜੀ, ਜਿਹੜੇ 1935 ਦੇ ਵਿੱਚ ਬਣੇ ਸੀ। ਇਹਦਾ ਮੇਨ ਕੰਮ ਕੀ ਹੈ? ਇਹ ਮਤਲਬ ਭਾਰਤ ਦੀ ਇਹ ਜਿਹੜੀ ਕੇਂਦਰੀ ਬੈਂਕਿੰਗ ਸੰਸਥਾ ਹੈ, ਜਿਹੜੀ ਭਾਰਤ ਦੇ ਵਿੱਚ ਬੈਂਕਿੰਗ ਸਿਸਟਮ ਨੂੰ ਪੂਰੇ ਨੂੰ ਰੈਗੂਲੇਟ ਕਰਦੀ ਹੈ। ਠੀਕ ਹੈ ਜੀ, ਮੇਨ ਕੰਮ ਨੇ ਇਹਦੇ ਕਰੰਸੀ ਜਾਰੀ ਕਰਨਾ। ਠੀਕ ਆ, ਸਰਕਾਰ ਲਈ ਪੈਸੇ ਦਾ ਪ੍ਰਬੰਧ ਕਰਨਾ, ਫੋਰੈਕਸ ਰਿਜ਼ਰਵ ਨੂੰ ਰੱਖਣਾ। ਮਤਲਬ ਕਿ ਬੈਂਕਾਂ ਨੂੰ ਪੂਰੀ ਤਰ੍ਹਾਂ ਰੈਗੂਲੇਟ ਕਰਨ ਦਾ ਜਿਹੜਾ ਕੰਮ ਹੈ ਉਹ ਕੌਣ ਕਰਦੀ ਹੈ? RBI ਕਰਦੀ ਹੈ। ਠੀਕ ਹੈ ਜੀ, RBI ਨੂੰ ਬੈਂਕਰਸ ਬੈਂਕ ਵੀ ਕਹਿੰਦੇ ਨੇ। ਕਿਉਂ? ਇਸੇ ਲਈ ਕਿਉਂਕਿ ਉਹ ਬੈਂਕਾਂ ਨੂੰ ਜਿਹੜਾ ਪੂਰੀ ਤਰ੍ਹਾਂ ਰੈਗੂਲੇਟ ਕਰਦੀ ਹੈ। ਬੈਂਕਾਂ ਨੂੰ ਡੁੱਬਦੇ ਹੋਏ ਬੈਂਕਾਂ ਨੂੰ ਬਚਾਉਣ ਦਾ ਕੰਮ ਵੀ ਕੌਣ ਕਰਦੀ ਹੈ? RBI ਕਰਦੀ ਹੈ। ਠੀਕ ਹੈ, RBI ਦਾ ਥੋੜ੍ਹਾ ਜਿਹਾ ਬੈਕਗਰਾਊਂਡ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਿਸਟਰੀਕਲ ਬੈਕਗਰਾਊਂਡ ਹੈ ਜਿਹੜਾ, ਤਾਂ ਦੇਖੋ ਭਾਰਤ ਦੇ ਵਿੱਚ 1806 ਦੇ ਵਿੱਚ ਇੱਕ ਬੈਂਕ ਬਣੀ ਸੀ, ਬੈਂਕ ਆਫ ਕੋਲਕਾਤਾ, ਜਿਹਨੂੰ 1809 ਦੇ ਵਿੱਚ ਇਹਦਾ ਨਾਮ ਚੇਂਜ ਕਰਕੇ ਕਰ ਦਿੱਤਾ ਗਿਆ ਬੈਂਕ ਆਫ ਬੰਗਾਲ। ਬੈਂਕ ਆਫ ਕੋਲਕਾਤਾ ਤੋਂ ਕਰਤਾ ਬੈਂਕ ਆਫ ਬੰਗਾਲ। ਠੀਕ ਹੈ ਜੀ, ਉਸ ਤੋਂ ਬਾਅਦ ਇੱਕ ਸੀ ਬੈਂਕ ਆਫ ਬੰਬੇ। ਇਹ ਪਹਿਲਾਂ ਤਾਂ ਬਣੀ ਸੀ 1720 ਦੇ ਵਿੱਚ, ਪਰ ਇਹਨੂੰ 1770 ਦੇ ਵਿੱਚ ਇਹਨੂੰ ਕੀ ਕਰਤਾ ਸੀ? ਖਤਮ ਕਰਤਾ ਸੀ। ਠੀਕ ਹੈ ਜੀ, ਅਤੇ ਦੁਬਾਰਾ ਤੋਂ ਇਹਨੂੰ ਕਦੋਂ ਬਣਾਇਆ ਗਿਆ? 1840 ਦੇ ਵਿੱਚ। 1840 ਦੇ ਵਿੱਚ ਕਿਹੜੀ? ਬੈਂਕ ਆਫ ਬੰਬੇ। ਇੱਕ ਸੀ ਬੈਂਕ ਆਫ ਮਦਰਾਸ। ਇਹ ਬਣਾਈ ਗਈ ਸੀ 1843 ਦੇ ਵਿੱਚ। 1843 ਦੇ ਵਿੱਚ ਤਾਂ ਇਹਨਾਂ ਤਿੰਨਾਂ ਹੀ ਬੈਂਕਾਂ ਨੂੰ 1921 ਦੇ ਵਿੱਚ ਮਰਜ ਕਰਕੇ ਇੰਪੀਰੀਅਲ ਬੈਂਕ ਆਫ ਇੰਡੀਆ ਬਣਾਈ ਗਈ। ਇੰਪੀਰੀਅਲ ਬੈਂਕ ਆਫ ਇੰਡੀਆ, ਜਿਹਨੂੰ ਕੀ ਕੰਮ ਦਿੱਤਾ ਗਿਆ? ਜਿਹਨੂੰ ਐਜ਼ ਅ ਸੈਂਟਰਲ ਬੈਂਕ ਕੰਮ ਕਰਨ ਦੀ ਪਰਮਿਸ਼ਨ ਦਿੱਤੀ ਗਈ। ਇਹ ਹੈ ਤਾਂ ਅੰਗਰੇਜ਼ਾਂ ਦੁਆਰਾ ਬਣਾਈ ਹੋਈ ਸੀ, ਪਰ ਇਹ ਜਿਵੇਂ ਬੈਂਕਾਂ ਨੂੰ ਕਰੰਸੀ ਜਾਰੀ ਕਰਨਾ, ਠੀਕ ਹੈ, ਮਤਲਬ ਕਿ ਨਵੀਂ ਕਰੰਸੀ ਜਾਰੀ ਕਰਨਾ, ਜਿਵੇਂ ਉਹ ਸਾਰੇ ਕੰਮ ਕੌਣ ਦੇਖਦੀ ਸੀ? ਇੰਪੀਰੀਅਲ ਬੈਂਕ ਆਫ ਇੰਡੀਆ ਦੇਖਦੀ ਸੀ। 1921 ਦੇ ਵਿੱਚ JM ਕੀਨਸ ਨੇ ਬਣਾਇਆ ਸੀ ਇਹਨੂੰ। JM ਕੀਨਸ, ਵੈਸੇ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਵੀ ਜਾਣ ਦੀ ਲੋੜ ਨਹੀਂ। JM ਕੀਨਸ ਵਗੈਰਾ ਤੁਹਾਨੂੰ ਨਾਮ ਯਾਦ ਰੱਖਣ ਦੀ ਕੋਈ ਲੋੜ ਨਹੀਂ। ਠੀਕ ਹੈ, 1921 'ਚ ਬਣ ਗਈ ਬੈਂਕ ਆਫ ਮਤਲਬ ਇੰਪੀਰੀਅਲ ਬੈਂਕ। ਤਾਂ 1926 ਦੇ ਵਿੱਚ ਇੱਕ ਕਮਿਸ਼ਨ ਬਣਿਆ। 1926 ਦੇ ਵਿੱਚ ਕਮਿਸ਼ਨ ਬਣਿਆ ਹਿਲਟਨ ਯੰਗ ਕਮਿਸ਼ਨ। ਇਹ ਕਮਿਸ਼ਨ ਨੇ ਰਿਕਮੈਂਡੇਸ਼ਨ ਦਿੱਤੀ ਕਿ ਭਾਰਤ ਦੀ ਕੋਈ ਕੇਂਦਰੀ ਬੈਂਕ ਹੋਣੀ ਚਾਹੀਦੀ ਹੈ ਜਿਹੜੀ ਸਰਕਾਰ ਦੁਆਰਾ ਚਲਾਈ ਜਾਵੇ, ਜਿਹੜੀ ਭਾਰਤ ਦਾ ਪੂਰਾ ਫਾਈਨੈਂਸ਼ੀਅਲ ਸਿਸਟਮ ਦੇਖੇ। ਤਾਂ ਇਸੇ ਦੀ ਗੱਲ ਨੂੰ ਮੰਨਦੇ ਹੋਏ 1935 ਦੇ ਵਿੱਚ 1 ਅਪ੍ਰੈਲ 1935 ਦੇ ਵਿੱਚ ਬਣਾਇਆ ਗਿਆ RBI ਨੂੰ।
RBI ਜਿਸ ਟਾਈਮ ਬਣਾਈ ਗਈ ਇਹ ਪੂਰੀ ਤਰ੍ਹਾਂ ਸਰਕਾਰ ਦੁਆਰਾ ਸੰਚਾਲਿਤ ਨਹੀਂ ਸੀ, ਠੀਕ ਹੈ। ਇਹਨੂੰ ਨੈਸ਼ਨਲਾਈਜ਼ ਕੀਤਾ ਗਿਆ, ਇਹਨੂੰ ਨੈਸ਼ਨਲਾਈਜ਼ ਇਹਨੂੰ ਕੀਤਾ ਗਿਆ ਕਦੋਂ? 1949 ਦੇ ਵਿੱਚ। RBI ਰੈਗੂਲੇਟਿੰਗ ਐਕਟ 1949 ਪਾਸ ਕੀਤਾ ਗਿਆ ਸੀ। RBI ਰੈਗੂਲੇਟਿੰਗ ਐਕਟ 1949, ਉਹਦੇ ਥਰੂ ਇਹਨੂੰ ਕੀ ਕੀਤਾ ਗਿਆ? ਪੂਰੀ ਤਰ੍ਹਾਂ ਸਰਕਾਰ ਨੇ ਆਪਣੇ ਅੰਡਰ ਲੈ ਲਿਆ। ਅਤੇ ਜਿਹੜੀ ਚੱਲ ਰਹੀ ਸੀ ਇੰਪੀਰੀਅਲ ਬੈਂਕ ਨੂੰ ਕੀ ਕੀਤਾ ਗਿਆ? ਇਹ 1955 ਤੱਕ ਚੱਲਦੀ ਰਹੀ। 1955 ਦੇ ਵਿੱਚ SBI ਬਣਾ ਕੇ ਇਹਨੂੰ ਖਤਮ ਕਰ ਦਿੱਤਾ ਗਿਆ। ਇੰਪੀਰੀਅਲ ਬੈਂਕ ਨੂੰ 1955 ਦੇ ਵਿੱਚ SBI ਬਣਾ ਕੇ ਖਤਮ ਕਰ ਦਿੱਤਾ ਗਿਆ, ਠੀਕ ਹੈ ਜੀ। ਇਸ ਲਈ ਕਹਿੰਦਾ ਵੀਡੀਓ ਦੇਖਣਾ ਇੱਕ ਵਾਰੀ ਜ਼ਰੂਰੀ ਹੈ, ਕਿਉਂਕਿ PDF ਦੇ ਵਿੱਚ ਹਰ ਇੱਕ ਚੀਜ਼ ਨਹੀਂ ਪ੍ਰੋਵਾਈਡ ਕਰਵਾਈ ਜਾ ਸਕਦੀ, ਠੀਕ ਹੈ ਜੀ। ਉਮੀਦ ਹੈ ਤੁਹਾਨੂੰ ਸਮਝ ਲੱਗ ਗਿਆ ਹੋਣਾ। RBI ਦਾ ਵੀ ਅਤੇ SBI ਦਾ ਵੀ ਜਿਹੜਾ ਪਿੱਛੇ ਦਾ ਬੈਕਗਰਾਊਂਡ, SBI ਦਾ ਜਿਹੜਾ ਹੈੱਡਕੁਆਟਰ ਹੈ ਉਹ ਵੀ ਕਿੱਥੇ ਹੈ? ਮੁੰਬਈ ਦੇ ਵਿੱਚ ਹੈ। SBI ਇਹ ਵੀ ਮੁੰਬਈ ਦੇ ਵਿੱਚ ਹੀ ਆ, ਠੀਕ ਹੈ ਜੀ। ਚੱਲਦੇ ਆਪਾਂ ਆਪਣੀ ਅਗਲੀ ਇੰਸਟੀਟਿਊਸ਼ਨ 'ਤੇ। ਦੇਖੋ CSIR ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ। ਪੰਜਾਬੀ ਦੇ ਵਿੱਚ ਨਾਮ ਇਸ ਲਈ ਨਾਲ ਲਿਖੇ ਹੋਏ ਨੇ ਕਿਉਂਕਿ ਪੇਪਰ ਦੇ ਵਿੱਚ ਕਦੇ ਕਦੇ ਪੰਜਾਬੀ ਦੇ ਵਿੱਚ ਹੀ ਨਾਮ ਪਾਉਂਦਾ, ਠੀਕ ਹੈ ਜੀ। ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਕੀ ਚੀਜ਼ ਹੈ। ਪੰਜਾਬੀ ਦੇ ਵਿੱਚ ਇਹਨੂੰ ਦੇਖ ਲਓ, ਆ ਕਹਿੰਦੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ। ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਨੇ ਕਾਉਂਸਿਲ ਫॉर ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ, ਠੀਕ ਹੈ ਜੀ। ਬਣੀ ਕਦੋਂ ਸੀ? 1942 ਦੇ ਵਿੱਚ। ਹੈੱਡਕੁਆਟਰ ਨਵੀਂ ਦਿੱਲੀ ਦੇ ਵਿੱਚ ਹੈ। ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਹੁੰਦੇ ਨੇ, ਇਹਦੇ ਪ੍ਰਧਾਨ ਹੁੰਦੇ ਨੇ, ਜਿਹੜੇ ਇਹਦੇ ਚੀਫ ਹੁੰਦੇ ਨੇ ਮੇਨ CSIR ਦੇ, ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਨੇ। ਇਹਦੇ ਜਿਹੜੇ DG ਬਣੇ ਨੇ, ਇਹ ਬਣੇ ਨੇ ਨੱਲਾ ਥੋਂਬੀ ਕਾਲੇਸਿਲਵੀ, ਠੀਕ ਹੈ ਜੀ। ਇਹਦਾ ਮੇਨ ਕੰਮ ਇਹਦਾ ਕੀ ਹੈ? ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਦੇ ਅੰਡਰ ਆਉਂਦੀ ਹੈ, ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ। ਅਤੇ ਇਹਦਾ ਮੇਨ ਕੰਮ ਕੀ ਹੈ? ਟੈਕਨੋਲੋਜੀ ਨਾਲ ਰਿਲੇਟਡ ਜਿੰਨੇ ਕੰਮ ਨੇ ਉਹਨਾਂ ਨੂੰ ਦੇਖਣਾ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ, CBSE, ਸੈਂਸਰ ਬੋਰਡ ਵੀ ਕਹਿੰਦੇ ਜਿਹਨੂੰ ਆਪਾਂ, ਠੀਕ ਹੈ ਜੀ। ਸੈਂਸਰ ਬੋਰਡ ਦੀ ਸਥਾਪਨਾ ਕਦੋਂ ਹੋਈ ਸੀ? 1951 ਦੇ ਵਿੱਚ। ਹੈੱਡਕੁਆਟਰ ਮੁੰਬਈ ਦੇ ਵਿੱਚ ਆ। ਪ੍ਰਸੂਨ ਜੋਸ਼ੀ ਇਹਦੇ ਚੇਅਰਪਰਸਨ ਬਣਾਏ ਗਏ ਨੇ। ਕੋਈ ਵੀ ਫਿਲਮ ਜਾਂ ਕੋਈ ਵੀ ਟੈਲੀਕਾਸਟ ਜਿਹੜਾ ਹੁੰਦਾ ਹੈ ਉਹ ਇਹਦੀ ਪਰਮਿਸ਼ਨ ਨਾਲ ਹੀ ਜਿਹੜਾ ਉਹ ਟੈਲੀਕਾਸਟ ਕੀਤਾ ਜਾਂਦਾ, ਠੀਕ ਹੈ ਜੀ। ਜਿਹੜੇ ਪ੍ਰੋਗਰਾਮ ਨੂੰ ਇਹਨੇ ਬੈਨ ਕਰਤਾ ਉਹ ਟੈਲੀਕਾਸਟ ਨਹੀਂ ਹੋ ਸਕਦਾ। ਕਦੇ ਕਦੇ ਜਿਹੜਾ ਸੁਣਦੇ ਹੋ ਕਿ ਹਾਂ ਉਸ ਫਿਲਮ 'ਤੇ ਬੈਨ ਲਾਤਾ, ਉਹ ਫਿਲਮ ਨਹੀਂ, ਤਾਂ ਉਹ ਸੈਂਸਰ ਬੋਰਡ ਆ ਜਿਹੜਾ ਇਹਨੂੰ ਉਹ ਬੈਨ ਕਰ ਦਿੰਦਾ। ISRO ਪੰਜਾਬੀ ਦੇ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ। ISRO ਦੀ ਜਿਹੜੀ ਸਥਾਪਨਾ ਹੋਈ ਸੀ 15 ਅਗਸਤ 1969 ਨੂੰ ਹੋਈ ਸੀ। ਵਿਕਰਮ ਅੰਬਲਾਲ ਸਾਰਾਭਾਈ ਨੇ ਇਹਦੀ ਕਰੀ ਸੀ। ਹੈੱਡਕੁਆਟਰ ਬੈਂਗਲੌਰ ਦੇ ਵਿੱਚ ਆ। ਜਿਹੜੇ ਇਹਦੇ ਹੁਣ ਨਵੇਂ ਡਾਇਰੈਕਟਰ ਬਣੇ ਨੇ ਉਹ ਬਣੇ ਨੇ ਸੋਮਨਾਥ। ਇਹਨਾਂ ਤੋਂ ਪਹਿਲਾਂ ਸੀ ਕੇ ਸਿਵਾਨ ਦੀ ਬਦਲੀ ਕਿਹਨੇ ਕੀਤੀ ਹੈ? ਸੋਮਨਾਥ ਨੇ, ਠੀਕ ਹੈ। ਜਿੰਨੇ ਵੀ ਜਿਹੜੇ ਸਪੇਸ ਨਾਲ ਰਿਲੇਟਡ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਸਾਰਿਆਂ ਨੂੰ ISRO ਦੇਖਦਾ, ਠੀਕ ਹੈ ਜੀ। ISRO ਇੰਡੀਅਨ ਸਪੇਸ ਐਂਡ ਰਿਸਰਚ ਆਰਗੇਨਾਈਜੇਸ਼ਨ ਜਾਂ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਠੀਕ ਹੈ। CPCB ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ। ਇਹ ਕਦੋਂ ਬਣਿਆ ਸੀ? 1974 ਦੇ ਵਿੱਚ। ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ ਆ। ਸ਼ਿਵਦਾਸ ਮੀਨਾ ਇਹਦੇ ਨੇ ਜਿਹੜੇ ਉਹ ਚੇਅਰਪਰਸਨ ਨੇ। ਅਤੇ CPCB ਦਾ ਮੇਨ ਕੰਮ ਕੀ ਹੈ? ਪੋਲਿਊਸ਼ਨ ਨੂੰ ਕੰਟਰੋਲ ਕਰਨ ਵਾਸਤੇ ਕਾਨੂੰਨ ਬਣਾਉਣਾ। ਕਿਹੜੀ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਇਹ? ਇਨਵਾਇਰਨਮੈਂਟ ਐਂਡ ਫੋਰੈਸਟ। ਮਿਨਿਸਟਰੀ ਆਫ ਇਨਵਾਇਰਨਮੈਂਟ ਐਂਡ ਫੋਰੈਸਟ ਦੇ ਅੰਡਰ ਇਹ ਆਉਂਦੀ ਹੈ। ਨਾਬਾਰਡ ਇੱਕ ਡਿਵੈਲਪਮੈਂਟ ਬੈਂਕ ਹੈ। ਡਿਵੈਲਪਮੈਂਟ ਬੈਂਕ ਉਹ ਹੁੰਦੀਆਂ ਨੇ ਜਿਹੜੀਆਂ ਸਿੱਧੀ ਉਹ ਇੰਡੀਵਿਜੂਅਲਸ ਨਾਲ, ਮਤਲਬ ਸਿੱਧੀ ਉਹ ਆਪਣੇ ਨਾਲ ਡੀਲ ਨਹੀਂ ਕਰਦੀਆਂ, ਉਹ ਬੈਂਕਾਂ ਨਾਲ ਡੀਲ ਕਰਦੀਆਂ ਨੇ। ਡਿਵੈਲਪਮੈਂਟ ਇਹ ਕਿਹਦੇ ਡਿਵੈਲਪਮੈਂਟ ਵਾਸਤੇ ਕੰਮ ਕਰਦੀ ਹੈ? ਨਾਬਾਰਡ ਐਗਰੀਕਲਚਰ ਅਤੇ ਰੂਰਲ ਡਿਵੈਲਪਮੈਂਟ ਦੇ। ਹੁਣ ਜਿੰਨੀਆਂ ਵੀ ਬੈਂਕਸ ਐਗਰੀਕਲਚਰ ਅਤੇ ਰੂਰਲ ਇਲਾਕਿਆਂ ਦੇ ਵਿੱਚ, ਜਿਹੜੇ ਮਤਲਬ ਦਿਹਾਤੀ ਇਲਾਕੇ ਕਹਿ ਲਈਏ ਜਾਂ ਪੇਂਡੂ ਇਲਾਕਿਆਂ ਦੇ ਵਿੱਚ ਜਿਹੜੇ ਉਹ ਲੋਨ ਦਿੰਦੀਆਂ ਨੇ, ਉਹਨਾਂ ਨੂੰ ਪੈਸੇ ਪ੍ਰੋਵਾਈਡ ਕਰਵਾਉਂਦੀ ਹੈ ਨਾਬਾਰਡ। ਇਹ ਸਿੱਧਾ ਆਪਾਂ ਨੂੰ ਲੋਨ ਨਹੀਂ ਦਿੰਦੀ। ਇਹ ਕਿਹਨਾਂ ਨੂੰ ਲੋਨ ਦੂ? ਬੈਂਕਾਂ ਨੂੰ। ਬੈਂਕ ਅੱਗੇ ਦੇਣਗੇ ਆਪਾਂ ਨੂੰ ਲੋਨ, ਠੀਕ ਹੈ ਜੀ। ਨਾਬਾਰਡ ਬਣੀ ਸੀ 1982 ਦੇ ਵਿੱਚ। ਇਹਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਆ। ਗੋਵਿੰਦਾ ਰਾਜੇਜੂ ਚਿੰਤਾਲਾ ਨੇ ਜਿਹੜੇ ਇਹਦੇ ਉਹ ਚੇਅਰਪਰਸਨ ਨੇ, ਠੀਕ ਹੈ ਜੀ। ਖੇਤੀਬਾੜੀ ਅਤੇ ਪੇਂਡੂ ਇਲਾਕਿਆਂ ਦੇ ਵਿੱਚ ਇਹ ਕੀ ਕਰਦੀ ਹੈ? ਉਹਨਾਂ ਦੇ ਡਿਵੈਲਪਮੈਂਟ ਵਾਸਤੇ ਕੰਮ ਕਰਦੀ ਹੈ। ਸਿੱਧੀ ਇਹ ਡੀਲ ਕਰਦੀ ਹੈ ਬੈਂਕਾਂ ਨਾਲ। ਬੈਂਕ ਅੱਗੇ ਡੀਲ ਕਰਦੇ ਨੇ ਅੱਗੇ ਪੇਂਡੂ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨਾਲ। ਸਿਰਫ ਪੇਂਡੂ ਇਲਾਕਿਆਂ ਨੂੰ ਦੇਖਦੀ ਹੈ, ਇਹ ਵੀ ਯਾਦ ਰੱਖਿਓ। ਨਾਬਾਰਡ। ਉਸ ਤੋਂ ਬਾਅਦ ਆ ਗਈ
ਨਹਾਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਮੇਨ ਕੰਮ ਹੈ ਹਾਈਵੇਜ਼ ਨੂੰ ਮੈਨੇਜ ਕਰਕੇ ਰੱਖਣਾ, ਉਹਨਾਂ ਦਾ ਰੈਗੂਲੇਸ਼ਨ ਸਾਰਾ ਦੇਖਣਾ। ਤੇ ਇਹ ਬਣੀ ਸੀ, ਇਹ ਵੀ 1988 ਦੇ ਵਿੱਚ ਬਣੀ ਸੀ। ਦੇਖੋ ਇਹ ਬਣੀ ਸੀ 1982 ਦੇ ਵਿੱਚ। ਨਾਬਾਰਡ ਨਹਾਈ ਕਦੋਂ ਬਣੀ ਸੀ? ਨਹਾਈ ਕਦੋਂ ਬਣੀ ਸੀ? 1988 ਦੇ ਵਿੱਚ। ਇਹਦਾ ਹੈੱਡਕੁਆਟਰ ਨਵੀਂ ਦਿੱਲੀ ਦੇ ਵਿੱਚ ਆ। ਅਲਕਾ ਉਪਾਧਿਆਏ ਨੂੰ ਇਹਦੇ ਚੇਅਰਪਰਸਨ ਬਣਾਇਆ ਗਿਆ, ਠੀਕ ਹੈ। ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਇਹ ਮਿਨਿਸਟਰੀ ਆਫ ਟਰਾਂਸਪੋਰਟ ਦੇ ਅੰਡਰ ਆਉਂਦੀ ਹੈ, ਠੀਕ ਹੈ। NHAI ਤੋਂ ਨੀਚੇ ਇਹਦੇ ਅੰਡਰ ਕੁਛ ਸਟੇਟ ਹਾਈਵੇ ਅਥਾਰਟੀਜ਼ ਵੀ ਕੰਮ ਕਰਦੀਆਂ ਨੇ। ਹਰੇਕ ਸਟੇਟ ਦੀ ਆਪਣੀ ਆਪਣੀ ਸਟੇਟ ਹਾਈਵੇ ਅਥਾਰਟੀ ਹੁੰਦੀ ਹੈ, ਠੀਕ ਹੈ ਜੀ। ਸੇਬੀ ਦਾ ਜਿਹੜਾ ਮੇਨ ਕੰਮ ਹੁੰਦਾ ਸ਼ੇਅਰ ਮਾਰਕੀਟ ਨੂੰ ਕੰਟਰੋਲ ਕਰਨਾ। ਸ਼ੇਅਰ ਮਾਰਕੀਟ ਨੂੰ ਕੰਟਰੋਲ ਕਰਨਾ ਸੇਬੀ ਦਾ ਮੇਨ ਕੰਮ ਹੁੰਦਾ। ਆਪਣੇ ਜਿਹੜੇ ਦੋ ਸਟਾਕ ਐਕਸਚੇਂਜ ਨੇ NSE ਅਤੇ BSE, ਠੀਕ ਹੈ ਜੀ। ਇਹਨਾਂ ਦੋਨਾਂ ਦੇ ਵਿੱਚੋਂ ਇੱਕ ਸਟਾਕ ਐਕਸਚੇਂਜ ਐਵੇਂ ਦਾ ਜਿਹੜਾ ਭਾਰਤ ਦਾ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਆ, ਉਹ ਮੰਨਿਆ ਜਾਂਦਾ, ਠੀਕ ਆ। ਕਮੈਂਟ ਬਾਕਸ ਦੇ ਵਿੱਚ ਜਿਹੜੇ ਬੱਚੇ ਵੀਡੀਓ ਦੇਖਣਗੇ ਕਮੈਂਟ ਬਾਕਸ ਦੇ ਵਿੱਚ ਆਨਸਰ ਜ਼ਰੂਰ ਦੇ ਦਿਆ ਕਰੋ ਜਿਹੜਾ ਕੁਐਸਚਨ ਪੁੱਛਿਆ ਜਾਂਦਾ। ਜੇ ਨਹੀਂ ਆਨਸਰ ਕਰੋਗੇ ਤਾਂ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਸ਼ਾਮ ਤੱਕ ਆਨਸਰ ਤਾਂ ਮੈਂ ਵੀ ਕਰੀ ਦੂੰ ਫਿਰ ਤਾਂ, ਠੀਕ ਹੈ ਜੀ। NSE ਤੇ BSE ਦੋਨੋਂ ਸਟਾਕ ਐਕਸਚੇਂਜ ਨੇ ਭਾਰਤ ਦੇ, ਇਹਨਾਂ ਨੂੰ ਕੰਟਰੋਲ ਕਰਦੀ ਹੈ ਸੇਬੀ ਦਾ ਮੇਨ ਕੰਮ ਸ਼ੇਅਰ ਮਾਰਕੀਟ ਨੂੰ ਕੰਟਰੋਲ ਕਰਨਾ ਹੈ। ਇਹ 1992 ਦੇ ਵਿੱਚ ਬਣੀ ਸੀ। ਮੁੰਬਈ ਦੇ ਵਿੱਚ ਦਾ ਹੈੱਡਕੁਆਟਰ ਹੈ। ਮਧਾਬੀਪੁਰੀ ਬੱਚ ਨੇ ਜਿਹੜੇ, ਉਹ ਇਹਦੇ ਚੇਅਰਪਰਸਨ ਨੇ, ਠੀਕ ਹੈ ਜੀ। ਸ਼ੇਅਰ ਮਾਰਕੀਟ ਨੂੰ ਕੰਟਰੋਲ ਕਰਨਾ ਸੇਬੀ ਦਾ ਕੰਮ ਹੈ। ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਪੰਜਾਬੀ ਦੇ ਵਿੱਚ ਲਿਖਿਆ ਹੋਇਆ ਭਾਰਤੀ ਸੁਰੱਖਿਆ ਅਤੇ ਵਟਾਂਦਰਾ ਬੋਰਡ। ਟਰਾਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ। ਟੈਲੀਕਮਿਊਨੀਕੇਸ਼ਨ ਰੈਗੂਲੇਟਰੀ ਅਥਾਰਟੀ ਆਫ ਇੰਡੀਆ, ਠੀਕ ਹੈ ਜੀ। ਇਹਨਾਂ ਦੇ ਨਾਮ ਨੇ ਜਿਹੜੇ ਉਹ ਵੀ ਇੱਕ ਵਾਰੀ ਦੇਖ ਲਿਓ ਸਾਰੇ, ਕਿਉਂਕਿ ਫੁੱਲ ਫਾਰਮਸ ਕਈ ਵਾਰ ਪੁੱਛੀਆਂ ਜਾਂਦੀਆਂ ਨੇ। ਫਰਵਰੀ 1997 ਦੇ ਵਿੱਚ ਬਣੀ ਸੀ। ਨਵੀਂ ਦਿੱਲੀ ਹੈੱਡਕੁਆਟਰ ਹੈ। ਵਘੇਲਾ ਬਣਾਏ ਗਏ ਨੇ ਇਹਦੇ ਚੇਅਰਪਰਸਨ। ਇਹਦਾ ਮੇਨ ਕੰਮ ਕੀ ਹੈ? ਦੂਰਸੰਚਾਰ ਸੇਵਾਵਾਂ ਨੂੰ ਕੰਟਰੋਲ ਕਰਨਾ। ਦੂਰਸੰਚਾਰ ਮਤਲਬ ਜਿਹੜੀਆਂ ਟੈਲੀਕਮਿਊਨੀਕੇਸ਼ਨ ਦੀਆਂ, ਚਾਹੇ ਮੋਬਾਈਲ ਫੋਨ ਹੋਵੇ ਜਾਂ ਲੈਂਡਲਾਈਨ ਫੋਨ ਹੋਵੇ, ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਕੰਟਰੋਲ ਕਰਦੀ ਹੈ ਏਡਾ ਦਾ ਮੇਨ ਕੰਮ ਹੈ ਇੰਸ਼ੋਰੈਂਸ ਅਥਾਰਟੀ, ਮਤਲਬ ਜਿਹੜੀਆਂ ਇੰਸ਼ੋਰੈਂਸ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਰੈਗੂਲੇਟ ਕਰਨਾ। ਇਹ ਵੀ ਇੱਕ ਰੈਗੂਲੇਟਰੀ ਬਾਡੀ ਹੈ। ਇਹ ਵੀ ਏਡਾ ਵੀ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ, ਠੀਕ ਹੈ ਜੀ। ਇਹ ਵੀ ਰੈਗੂਲੇਟਰੀ ਅਥਾਰਟੀ। RBI ਵੀ ਰੈਗੂਲੇਟਰੀ ਅਥਾਰਟੀ ਹੈ, ਏਡਾ ਵੀ ਰੈਗੂਲੇਟਰੀ ਅਥਾਰਟੀ ਹੈ। ਕਦੋਂ ਬਣੀ ਸੀ ਇਹ? 1949 ਦੇ ਵਿੱਚ। ਹੈਦਰਾਬਾਦ ਹੈੱਡਕੁਆਟਰ ਹੈ। ਦੇਵਸ਼ੀਸ਼ ਪਾਂਡਾ ਦੇ ਚੇਅਰਪਰਸਨ ਨੇ। ਮੇਨ ਕੰਮ ਇਹਦਾ ਕੀ ਹੈ? ਇਹਦਾ ਮੇਨ ਕੰਮ ਹੈ ਨਿਯੰਤਰਿਤ ਕਰਨਾ, ਕੰਟਰੋਲ ਕਰਨਾ ਕਿਹਨਾਂ ਨੂੰ? ਇੰਸ਼ੋਰੈਂਸ ਜਿਹੜੀਆਂ ਕੰਪਨੀਜ਼ ਨੇ ਉਹਨਾਂ ਨੂੰ। FSSAI ਸਤੰਬਰ 2008 ਦੇ ਵਿੱਚ ਬਣੀ ਸੀ। ਨਵੀਂ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ। ਰਾਜੇਸ਼ ਭੂਸ਼ਣ ਇਹਦੇ ਚੇਅਰਪਰਸਨ ਬਣਾਏ ਗਏ ਨੇ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ, ਠੀਕ ਹੈ ਜੀ। ਪੰਜਾਬੀ ਦੇ ਵਿੱਚ ਲਿਖਿਆ ਸੇਮ ਉਹੀ ਨਾਮ ਹੈ ਇਹਦਾ। ਮੇਨ ਕੰਮ ਇਹਦਾ FSSAI ਦਾ ਮੇਨ ਕੰਮ ਕੀ ਹੈ? ਜਿਹੜੀਆਂ ਵੀ ਖਾਣ ਵਾਲੀਆਂ ਚੀਜ਼ਾਂ ਨੇ, ਖਾਣ ਜਾਂ ਪੀਣ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਨੇ, ਉਹ ਚੀਜ਼ ਕਿਹੜੀ ਚੀਜ਼ ਖਾਣ ਦੇ ਲਈ ਬਣਾਉਣੀ ਹੈ ਅਤੇ ਕਿਹੜੀ ਦੇ ਵਿੱਚ ਕੀ ਕੰਟੈਂਟ ਰੱਖਣਾ ਹੈ, ਉਹਦੇ ਲਈ ਪਰਮਿਸ਼ਨ ਲੈਣੀ ਪੈਂਦੀ ਹੈ ਹਰ ਇੱਕ ਕੰਪਨੀ ਨੂੰ FSSAI ਤੋਂ। ਤੁਸੀਂ ਦੇਖਿਆ ਹੋਵੇਗਾ ਜਿਹੜੀ ਸ਼ਰਾਬ ਦੀ ਬੋਤਲ ਹੁੰਦੀ ਆ ਉਹਦੇ ਉੱਪਰ ਲਿਖਿਆ ਹੁੰਦਾ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਜਾਂ ਜਿਹੜੀ ਤੰਬਾਕੂ ਦੀ ਜਿਹੜਾ ਪੈਕਟ ਤੁਸੀਂ ਦੇਖਦੇ ਹੋ ਉਹਦੇ ਉੱਪਰ ਲਿਖਿਆ ਹੁੰਦਾ ਕਿ ਮਤਲਬ ਇਹਦੇ ਨਾਲ ਕੈਂਸਰ ਹੋ ਸਕਦਾ ਹੈ, ਫੋਟੋ ਵੀ ਬਣਾਈ ਹੁੰਦੀ ਹੈ। ਤਾਂ ਉਹ ਕੰਪਨੀਆਂ ਨੂੰ ਕਰਨ ਦੀ ਕੋਈ ਲੋੜ ਥੋੜ੍ਹੀ ਹੈ। ਉਹ ਕੰਪਨੀਆਂ ਦੇ ਉੱਪਰ ਉਹ ਕਾਨੂੰਨ ਬਣਾ ਕੇ ਲਾਏ ਗਏ ਨੇ FSSAI ਦੁਆਰਾ, ਕਿਉਂਕਿ ਸਰਕਾਰ ਰੈਗੂਲੇਟ ਕਰਦੀ ਹੈ FSSAI ਨੂੰ ਕਿ ਜਿਹੜੇ ਵੀ ਕਾਨੂੰਨ ਇਹ ਤੁਸੀਂ ਜੇ ਚੀਜ਼ ਪ੍ਰੋਡਕਟ ਬਣਾਉਣਾ ਹੈ, ਇਹਦੇ ਵਿੱਚ ਜਿਹੜੀ ਵੀ ਕਮੀ ਹੈ ਜਾਂ ਜਿਹੜਾ ਵੀ ਇਹਦਾ ਫਾਇਦਾ ਹੈ ਉਹ ਤੁਹਾਨੂੰ ਇਹਦੇ ਉੱਪਰ ਲਿਖਣਾ ਪਵੇਗਾ। ਫਾਇਦਾ ਲਿਖੋ ਚਾਹੇ ਨਾ ਲਿਖੋ, ਇਹਦੀ ਕਮੀ ਜ਼ਰੂਰ ਲਿਖਣੀ ਪਵੇਗੀ। ਤਾਂ ਮਤਲਬ ਹਰ ਇੱਕ ਚੀਜ਼ ਨੂੰ, ਖਾਣ ਜਾਂ ਪੀਣ ਵਾਲੀ ਚੀਜ਼ ਨੂੰ ਬਣਾਉਣ ਦੇ ਲਈ ਕੰਪਨੀਆਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ FSSAI ਤੋਂ, ਠੀਕ ਹੈ ਜੀ। ਕਾਫੀ ਚਰਚਾ ਦੇ ਵਿੱਚ ਚੱਲ ਰਿਹਾ, ਜੇ ਤੁਸੀਂ ਸੁਣਿਆ ਹੋਵੇ ਜਿਹੜੇ ਚਿਪਸ ਜਾਂ ਕੁਰਕਰੇ ਦੇ ਜਿਹੜੇ ਵੀ ਪੈਕੇਟਸ ਬਣਦੇ ਨੇ ਉਹਨਾਂ ਦੇ ਉੱਪਰ ਵੀ ਹੁਣ ਸਰਕਾਰ ਨੇ ਕਿਹਾ ਸੀ ਕਿ ਇਹਦੇ ਲਈ ਵੀ ਕਾਨੂੰਨ ਬਣਾਇਆ ਜਾਵੇ ਕਿ ਜਿਹੜੇ ਇਹਦੇ ਵਿੱਚ ਟਰਾਂਸ ਫੈਟ ਕਿੰਨੀ ਹੁੰਦੀ ਹੈ ਜਾਂ ਜਿੰਨਾ ਵੀ ਕੀ ਨੁਕਸਾਨ ਇਹਦਾ ਹੋ ਸਕਦਾ ਉਹ ਮਤਲਬ ਕੰਪਨੀਜ਼ ਇਹਦੇ ਪੈਕੇਟ ਦੇ ਉੱਪਰ ਲਿਖ ਕੇ ਲਾਉਣ, ਠੀਕ ਹੈ ਜੀ। FSSAI ਦਾ ਮੇਨ ਕੰਮ ਪਤਾ ਲੱਗ ਗਿਆ ਹੋਣਾ। 2008 ਦੇ ਵਿੱਚ ਬਣੀ ਸੀ। ਹੈੱਡਕੁਆਟਰ ਨਵੀਂ ਦਿੱਲੀ ਦੇ ਵਿੱਚ। ਨੀਤੀ ਆਯੋਗ, ਨੈਸ਼ਨਲ ਇੰਸਟੀਚਿਊਟ ਫॉर ਟਰਾਂਸਪੋਰਟ। ਨੀਤੀ ਆਯੋਗ ਦੀ ਫੁੱਲ ਫਾਰਮ UPSC ਦੇ ਕੁਐਸਚਨ ਦੇ ਵਿੱਚ ਵੀ ਪੁੱਛੀ ਗਈ ਸੀ। ਐਗਜ਼ੈਕਟਲੀ ਮੇਰੇ ਯਾਦ ਨਹੀਂ, 2019 ਜਾਂ 20 ਦੇ ਕੁਐਸਚਨ ਦੇ ਵਿੱਚ। ਇਹਦੀ ਜਿਹੜੀ ਫੁੱਲ ਫਾਰਮ ਹੈ, ਇੰਸਟੀਚਿਊਟ ਨਹੀਂ ਹੈਗਾ ਇਹ, ਇੰਸਟੀਟਿਊਸ਼ਨ ਹੈ, ਗਲਤੀ ਨਾਲ ਲਿਖਿਆ ਗਿਆ ਹੈ ਨਾ। ਨੈਸ਼ਨਲ ਇੰਸਟੀਟਿਊਸ਼ਨ ਹੈ, ਇੰਸਟੀਟਿਊਸ਼ਨ ਫॉर ਟਰਾਂਸਫਾਰਮਿੰਗ ਇੰਡੀਆ, ਠੀਕ ਹੈ ਜੀ।
ਨੀਤੀ ਆਯੋਗ ਬਹੁਤ ਵੱਡੀ ਸੰਸਥਾ ਹੈ, ਤਾਂ ਕਰਕੇ ਇਹਦਾ ਨਾਮ ਇੰਸਟੀਚਿਊਟ ਨਹੀਂ ਇੰਸਟੀਟਿਊਸ਼ਨ ਹੈ। ਜੇ ਕੁਐਸਚਨ ਬਣਾਉਂਦਾ ਤਾਂ ਆਪਸ਼ਨ ਦੇ ਵਿੱਚ ਇੰਸਟੀਚਿਊਟ ਜ਼ਰੂਰ ਪਾਉਂਦਾ, ਤੁਸੀਂ ਇਹ ਯਾਦ ਰੱਖਣਾ, ਇੰਸਟੀਚਿਊਟ ਨਹੀਂ, ਇਹ ਇੰਸਟੀਟਿਊਸ਼ਨ ਹੈ, ਇੰਸਟੀਟਿਊਸ਼ਨ। ਠੀਕ ਹੈ ਜੀ। ਕਦੋਂ ਬਣੀ ਸੀ? ਜਨਵਰੀ 2015 ਦੇ ਵਿੱਚ। ਹੈੱਡਕੁਆਟਰ ਨਵੀਂ ਦਿੱਲੀ ਦੇ ਵਿੱਚ ਆ। ਚੇਅਰਪਰਸਨ ਭਾਰਤ ਦੇ ਪ੍ਰਧਾਨ ਮੰਤਰੀ ਦੇ ਚੇਅਰਪਰਸਨ ਹੁੰਦੇ ਨੇ ਨੀਤੀ ਆਯੋਗ ਦੇ। ਠੀਕ ਹੈ ਜੀ। ਭਾਰਤ ਦਾ ਇਹ ਥਿੰਕ ਟੈਂਕ ਹੈ। ਯੋਜਨਾ ਆਯੋਗ ਨੂੰ, ਪਲੈਨਿੰਗ ਕਮਿਸ਼ਨ ਨੂੰ ਖਤਮ ਕਰਕੇ ਇਹ ਬਣਾਇਆ ਗਿਆ ਸੀ। ਪਲੈਨਿੰਗ ਕਮਿਸ਼ਨ ਨੂੰ ਖਤਮ ਕਦੋਂ ਕੀਤਾ ਗਿਆ ਸੀ? 2015 ਦੇ ਵਿੱਚ। 12ਵਾਂ ਪਲੈਨਿੰਗ ਕਮਿਸ਼ਨ ਸੀ, ਉਹਨੂੰ ਖਤਮ ਕਰਕੇ ਉਹਦੀ ਜਗ੍ਹਾ ਨੀਤੀ ਆਯੋਗ ਬਣਾ ਦਿੱਤਾ ਗਿਆ ਸੀ। ਚੱਲਦੇ ਹਾਂ, ਕੁਛ ਹੋਰ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਦੇ ਫਾਊਂਡਿੰਗ ਈਅਰ ਅਤੇ ਉਹਨਾਂ ਦੇ ਜਿਹੜੇ ਉਹ ਦਿੱਤੇ ਹੋਏ ਨੇ ਆਪਾਂ ਹੈੱਡਕੁਆਟਰ ਸਾਰਿਆਂ ਤੁਹਾਨੂੰ ਦੱਸ ਦੂੰਗਾ ਮੈਂ। ਸੇਲ ਹੋਵੇ 1973 'ਚ ਬਣੀ ਸੀ। ਨਾਸਕਾਮ 1988 ਦੇ ਵਿੱਚ। ਠੀਕ ਹੈ। ਸੇਲ ਸਟੀਲ ਅਥਾਰਟੀ ਆਫ ਇੰਡੀਆ। ਨਾਸਕਾਮ ਨੈਸ਼ਨਲ ਐਸੋਸੀਏਸ਼ਨ ਸਾਫਟਵੇਅਰ ਐਂਡ ਸਰਵਿਸ ਕੰਪਨੀ। ONGC ਆਇਲ ਐਂਡ ਨੈਚੁਰਲ ਗੈਸ ਕੰਪਨੀ 1956 ਦੇ ਵਿੱਚ ਬਣੀ ਸੀ। ਫਿੱਕੀ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ 1927 ਦੇ ਵਿੱਚ ਬਣੀ ਸੀ। MTNL 1986 ਦੇ ਵਿੱਚ ਬਣੀ ਸੀ। ਮਹਾਨਗਰ ਟੈਲੀਕਾਮ ਨਿਗਮ ਲਿਮਿਟਿਡ। ਅਤੇ ਉਸ ਤੋਂ ਬਾਅਦ DRDO ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ 1958 ਦੇ ਵਿੱਚ ਬਣੀ ਸੀ। MCI ਮੈਡੀਕਲ ਕਾਉਂਸਿਲ ਆਫ ਇੰਡੀਆ 1933 ਦੇ ਵਿੱਚ ਬਣੀ ਸੀ। 1961 ਦੇ ਵਿੱਚ ਬਣੀ ਸੀ NCERT। ਠੀਕ ਹੈ। ਨੈਸ਼ਨਲ ਕਾਉਂਸਿਲ ਆਫ ਐਜੂਕੇਸ਼ਨ ਐਂਡ ਰਿਸਰਚ ਐਂਡ ਨੈਸ਼ਨਲ ਕਾਉਂਸਿਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ CSO। ਸੈਂਟਰਲ ਸਟੈਟਿਸਟਿਕਸ ਆਫਿਸ 1949 ਦੇ ਵਿੱਚ ਬਣਿਆ ਸੀ। PTI ਪ੍ਰੈਸ ਟਰਸਟ ਆਫ ਇੰਡੀਆ 1947 ਦੇ ਵਿੱਚ। ਇਹ ਉੱਪਰ ਵਾਲੀਆਂ ਜਿੰਨੀਆਂ ਵੀ ਇੰਸਟੀਟਿਊਸ਼ਨਸ ਨੇ, ਇਹਨਾਂ ਸਾਰੀਆਂ ਇੰਸਟੀਟਿਊਸ਼ਨਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਨਿਊ ਦਿੱਲੀ ਦੇ ਵਿੱਚ ਹੈ। ਨਿਊ ਦਿੱਲੀ ਦੇ ਵਿੱਚ। ਠੀਕ ਹੈ ਜੀ। ਠੀਕ ਹੈ। ਜਿੰਨੀਆਂ ਵੀ ਇਹ ਇੰਸਟੀਟਿਊਸ਼ਨ ਨੇ ਸਾਰੀਆਂ ਦਾ ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ। LIC ਦਾ ਤੁਹਾਨੂੰ ਮੈਂ ਪਿੱਛੇ ਵੀ ਦੱਸ ਕੇ ਹਟਿਆ। LIC ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦਾ ਹੈੱਡਕੁਆਟਰ ਹੈ ਮੁੰਬਈ ਦੇ ਵਿੱਚ। ਠੀਕ ਹੈ ਜੀ। ਅਤੇ IWAI LIC ਬਣੀ ਸੀ 1956 ਦੇ ਵਿੱਚ। IWAI ਇਹ ਇਨਲੈਂਡ ਵਾਟਰਵੇ ਅਥਾਰਟੀ ਆਫ ਇੰਡੀਆ, ਇਹ 1986 ਦੇ ਵਿੱਚ ਬਣੀ ਸੀ। ਠੀਕ ਹੈ। ਇਹਦਾ ਹੈੱਡਕੁਆਟਰ ਹੈ ਹੈਦਰਾਬਾਦ ਦੇ ਵਿੱਚ। ਹੈਦਰਾਬਾਦ ਦੇ ਵਿੱਚ। ਠੀਕ ਹੈ ਜੀ। ਚੱਲਦੇ ਅੱਗੇ। ਇਹ ਤਾਂ ਭਾਰਤ ਦੀਆਂ ਜਿੰਨੀਆਂ ਫੇਮਸ ਇਹਨਾਂ ਦੇ ਵਿੱਚ ਸ਼ਾਇਦ SBI ਕਰਵਾਉਣਾ ਭੁੱਲ ਗਏ ਆਪਾਂ। SBI ਦਾ ਵੀ ਨੋਟ ਕਰ ਲਓ। SBI ਮੈਂ ਤੁਹਾਨੂੰ ਦੱਸ ਦਿੱਤਾ ਵੈਸੇ। ਸਟੇਟ ਬੈਂਕ ਆਫ ਇੰਡੀਆ 1955 ਦੇ ਵਿੱਚ ਬਣੀ ਸੀ। ਇੰਪੀਰੀਅਲ ਬੈਂਕ ਨੂੰ ਖਤਮ ਕਰਕੇ ਇਹਨੂੰ ਬਣਾਇਆ ਗਿਆ ਸੀ। ਠੀਕ ਹੈ ਜੀ। ਇਹਦਾ ਹੈੱਡਕੁਆਟਰ ਮੁੰਬਈ ਦੇ ਵਿੱਚ ਹੈ। ਮੁੰਬਈ ਦੇ ਵਿੱਚ। ਠੀਕ ਹੈ। ਚੱਲਦੇ ਅੱਗੇ। ਦੇਖੋ ਹੁਣ ਕੁਛ ਵਰਲਡ ਦੀਆਂ ਜਿੰਨੀਆਂ ਵੀ ਇੰਸਟੀਟਿਊਸ਼ਨਸ ਨੇ ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ UN ਬਣੀ ਕਦੋਂ ਸੀ? 24 ਅਕਤੂਬਰ 1945 ਨੂੰ। ਹੈੱਡਕੁਆਟਰ ਨਿਊਯਾਰਕ US ਦੇ ਵਿੱਚ ਇਹਦੇ ਜਿਹੜੇ ਸੈਕਟਰੀ ਜਨਰਲ ਨੇ ਐਂਟੋਨੀਓ ਗੁਟੇਰਸ ਨੇ। ਬਣੀ 24 ਅਕਤੂਬਰ ਨੂੰ ਸੀ, ਪਰ ਇਹਦਾ ਜਿਹੜਾ ਚਾਰਟਰ ਸਾਈਨ ਕੀਤਾ ਗਿਆ ਸੀ, ਇਹਦਾ ਚਾਰਟਰ ਸਾਈਨ ਕੀਤਾ ਗਿਆ ਸੀ 26 ਜੂਨ ਨੂੰ। 26 ਜੂਨ ਨੂੰ ਆਪਾਂ UN ਚਾਰਟਰ ਡੇ ਮਨਾਉਂਦੇ ਹਾਂ। UN ਚਾਰਟਰ ਡੇ। ਠੀਕ ਹੈ ਜੀ। ਅਤੇ 24 ਅਕਤੂਬਰ ਨੂੰ ਮਨਾਉਂਦੇ ਹਾਂ। 24 ਅਕਤੂਬਰ ਨੂੰ ਮਨਾਉਂਦੇ ਹਾਂ UN ਡੇ। ਇਹ ਵੀ ਯਾਦ ਰੱਖਿਓ। ਠੀਕ ਹੈ ਜੀ। ਇਹਦਾ ਮੇਨ ਕੰਮ ਕੀ ਹੈ? ਗਲੋਬਲ ਲੈਵਲ 'ਤੇ ਸ਼ਾਂਤੀ ਸਥਾਪਿਤ ਕਰਨਾ। ਵਰਲਡ ਵਾਰ ਸੈਕਿੰਡ ਤੋਂ ਬਾਅਦ UN ਬਣਾਈ ਗਈ ਸੀ। WHO ਵਰਲਡ ਹੈਲਥ ਆਰਗੇਨਾਈਜੇਸ਼ਨ, ਇਹਦਾ ਹੈੱਡਕੁਆਟਰ ਜਿਨੇਵਾ ਦੇ ਵਿੱਚ ਆ। ਜਿਨੇਵਾ ਦੀਆਂ ਜਿੰਨੀਆਂ ਇੰਸਟੀਟਿਊਸ਼ਨ ਨੇ ਸਾਰੀਆਂ ਦੇ ਹੈੱਡਕੁਆਟਰ ਤੁਹਾਨੂੰ ਪਿੱਛੇ ਲਿਖਾ ਦੂੰਗਾ ਜਿੰਨੀਆਂ ਫੇਮਸ ਨੇ। ਅਤੇ ਉਸ ਤੋਂ ਬਾਅਦ ਦੇਖੋ, ਇਹ ਤੁਹਾਨੂੰ ਮੈਂ ਸ਼ਾਇਦ ਪਿਛਲੀ ਵੀ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ। 7 ਅਪ੍ਰੈਲ 1948 ਨੂੰ WHO ਬਣੀ ਸੀ। ਇਸੇ ਲਈ 7 ਅਪ੍ਰੈਲ ਨੂੰ ਅਸੀਂ ਹੈਲਥ ਡੇ ਮਨਾਉਂਦੇ ਹਾਂ। 7 ਅਪ੍ਰੈਲ ਨੂੰ ਅਸੀਂ ਮਨਾਉਂਦੇ ਹਾਂ ਹੈਲਥ ਡੇ, ਵਰਲਡ ਹੈਲਥ ਡੇ, ਹੈ ਨਾ ਜੀ। ਠੀਕ ਹੈ। ਅਤੇ ਇਹਦੇ ਜਿਹੜੇ ਹੈੱਡ ਨੇ ਇਹਦੇ ਟੈਡਰੋਸ ਅਧਾਨੋਮ ਗਿਬੇਰੀਅਸ। ਇਹਦਾ ਕੰਮ ਕੀ ਹੈ? ਗਲੋਬਲ ਲੈਵਲ 'ਤੇ, ਵਰਲਡ ਲੈਵਲ 'ਤੇ ਇਹਦਾ ਕੰਮ ਹੈ ਜਿਹੜਾ ਉਹ ਹੈਲਥ ਨਾਲ ਰਿਲੇਟਡ, ਮਤਲਬ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਲੋਕਾਂ ਦੀ ਹੈਲਥ ਦਾ ਉਹਦੇ ਵਾਸਤੇ ਕਾਨੂੰਨ ਬਣਾਉਣਾ ਜਾਂ ਰੈਗੂਲੇਸ਼ਨਸ ਬਣਾਉਣਾ ਉਹਨਾਂ ਵਾਸਤੇ। WHO ਦਾ। IMF ਇੰਟਰਨੈਸ਼ਨਲ ਮੋਨੀਟਰੀ ਫੰਡ ਬਣੀ ਸੀ 1945 ਦੇ ਵਿੱਚ। ਠੀਕ ਹੈ। ਇਹਦਾ ਹੈੱਡਕੁਆਟਰ ਜਿਹੜਾ US ਦੇ ਵਿੱਚ ਹੈ, ਇਹ ਵਾਸ਼ਿੰਗਟਨ DC ਦੇ ਵਿੱਚ। ਪੀਅਰਾ ਓਲੀਵੀਅਰ ਇਹ ਬਣੇ ਨੇ ਜਿਹੜੇ ਨਵੇਂ ਇਹਦੇ ਚੀਫ ਇਕੋਨੋਮਿਸਟ ਬਣੇ ਨੇ। ਅਤੇ ਇਹ IMF ਦੀ ਚੀਫ ਹੈ, ਜਿਹੜੀ ਚੇਅਰਮੈਨ ਹੈ IMF ਦੀ ਚੇਅਰਮੈਨ, ਉਹ ਹੈ ਕ੍ਰਿਸਟਲੀਨਾ ਜਾਰਜੀਏਵਾ। ਠੀਕ ਹੈ। ਇਹ ਵਰਲਡ ਬੈਂਕ ਅਤੇ IMF ਨੂੰ ਕਿਹਾ ਜਾਂਦਾ ਬ੍ਰੇਟਨ ਵੁੱਡ ਟਵਿੰਸ। ਕਾਰਨ ਕਿਉਂਕਿ ਜਿਸ ਟਾਈਮ ਵਰਲਡ ਵਾਰ ਸੈਕਿੰਡ ਦੇ ਟਾਈਮ 'ਤੇ 1944 ਦੇ ਵਿੱਚ
ਜੁਲਾਈ 1944 ਦੇ ਵਿੱਚ ਇੱਕ ਸੰਮੇਲਨ ਹੋਇਆ ਸੀ, ਬ੍ਰੈਟਨ ਵੁੱਡ ਸੰਮੇਲਨ। ਉਹਦੇ ਵਿੱਚ ਬ੍ਰੈਟਨ ਵੁੱਡ ਸਮਝੌਤਾ ਸਾਈਨ ਕੀਤਾ ਗਿਆ ਸੀ। ਬ੍ਰੈਟਨ ਵੁੱਡ ਕਾਨਫਰੰਸ ਦੇ ਵਿੱਚ ਬ੍ਰੈਟਨ ਵੁੱਡ ਸਮਝੌਤਾ ਸਾਈਨ ਕੀਤਾ ਗਿਆ ਸੀ, ਠੀਕ ਹੈ ਜੀ। ਤਾਂ ਉਹਦੇ ਵਿੱਚ ਕੀ ਕੀਤਾ ਗਿਆ ਸੀ, ਉਹਦੇ ਵਿੱਚ 3 ਇੰਸਟੀਟਿਊਸ਼ਨ ਨੂੰ ਬਣਾਉਣ ਵਾਸਤੇ ਜਿਹੜਾ ਕਿਹਾ ਗਿਆ ਸੀ। 3 ਇੰਸਟੀਟਿਊਸ਼ਨਸ ਕਿਹੜੀਆਂ ਸੀ? ਇੱਕ ਸੀ ਵਰਲਡ ਬੈਂਕ ਅਤੇ ਦੂਸਰੀ ਸੀ IMF, ਤੀਸਰੀ ਸੀ ਗੈਟ, ਗਲੋਬਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ, ਠੀਕ ਹੈ। ਤਾਂ ਵਰਲਡ ਬੈਂਕ ਦੀ ਜਗ੍ਹਾ 'ਤੇ IBRD ਬਣਾਤੀ ਸੀ 1944 ਦੇ ਵਿੱਚ ਹੀ। IBRD ਇੰਟਰਨੈਸ਼ਨਲ ਬੈਂਕ ਫॉर ਰੀਕਨਸਟਰਕਸ਼ਨ ਐਂਡ ਡਿਵੈਲਪਮੈਂਟ, ਇਹ ਬਣਾਤੀ ਸੀ 1944 ਦੇ ਵਿੱਚ ਹੀ। ਬਾਅਦ ਵਿੱਚ ਇਸੇ ਦਾ ਨਾਮ ਚੇਂਜ ਕਰਕੇ ਇਹਨੂੰ ਬਣਾਤਾ ਗਿਆ ਵਰਲਡ ਬੈਂਕ, ਠੀਕ ਹੈ। ਇਹਦੇ ਬਾਰੇ ਆਪਾਂ ਅੱਗੇ ਦੇਖਾਂਗੇ ਪੂਰਾ। ਉਸ ਤੋਂ ਬਾਅਦ IMF ਨੂੰ ਬਣਾਇਆ ਗਿਆ 1945 ਦੇ ਵਿੱਚ ਅਤੇ ਗੈਟ ਨੂੰ ਬਣਾਇਆ ਗਿਆ 1948 ਦੇ ਵਿੱਚ। ਉਹ ਗੈਟ ਹੀ 1995 ਦੇ ਵਿੱਚ ਬਾਅਦ ਵਿੱਚ ਉਹ ਚੇਂਜ ਹੋ ਗਈ WTO ਦੇ ਵਿੱਚ। ਸਾਰੀਆਂ ਇੰਸਟੀਟਿਊਸ਼ਨਸ ਅੱਗੇ ਲਿਖੀਆਂ ਹੋਈਆਂ ਨੇ, ਆਪਾਂ ਦੇਖ ਲਾਂਗੇ, ਠੀਕ ਹੈ ਜੀ। ਚੱਲਦੇ ਹਾਂ ਅੱਗੇ। ਇੱਕ ਚੀਜ਼ ਹੋਰ, ਇਹਦੀ ਜਿਹੜਾ ਇਹ ਚੀਫ ਇਕੋਨੋਮਿਸਟ ਇਹਦੇ ਬਣੇ ਨੇ, ਇਹਨਾਂ ਤੋਂ ਪਹਿਲਾਂ ਗੀਤਾ ਗੋਪੀਨਾਥ ਨੇ ਭਾਰਤ ਦੇ, ਉਹ ਇਹਦੇ ਚੀਫ ਇਕੋਨੋਮਿਸਟ ਸੀ। ਗੀਤਾ ਗੋਪੀਨਾਥ ਭਾਰਤੀ ਮੂਲ ਦੀ ਹੈ। ਹੁਣ ਨਵੇਂ ਕੌਣ ਬਣੇ ਨੇ? ਪੀਅਰਾ ਓਲੀਵੀਅਰ। ਬ੍ਰੈਟਨ ਵੁੱਡ ਹੋ ਗਿਆ। ਵਰਲਡ ਬੈਂਕ ਦੇ ਵਿੱਚ ਦੇਖੋ, ਵਰਲਡ ਬੈਂਕ ਦਾ ਹੈੱਡਕੁਆਟਰ ਵੀ ਵਾਸ਼ਿੰਗਟਨ DC ਦੇ ਵਿੱਚ ਹੈ। ਬਣੀ ਕਦੋਂ ਸੀ? ਜੁਲਾਈ 1944 ਦੇ ਵਿੱਚ। ਜੁਲਾਈ 1944 ਦੇ ਵਿੱਚ ਕੀ ਬਣ ਗਿਆ ਸੀ? IBRD ਬਣ ਗਈ ਸੀ, ਠੀਕ ਹੈ। ਅਤੇ ਇਹਦੇ ਜਿਹੜੇ ਹੈੱਡ ਨੇ ਡੇਵਿਡ ਮਾਲਪਾਸ ਇਹਦੇ ਹੈੱਡ ਨੇ। ਇਹਨਾਂ ਦੋਨਾਂ ਦੇ ਵਿੱਚ ਫ਼ਰਕ ਕੀ ਹੈ? ਵਰਲਡ ਬੈਂਕ ਜਿਹੜੀ ਇਹ ਡਿਵੈਲਪਮੈਂਟ ਵਾਸਤੇ ਜਿਹੜੀ ਲੋਨ ਪ੍ਰੋਵਾਈਡ ਕਰਵਾਉਂਦੀ ਹੈ ਕੰਟਰੀਜ਼ ਨੂੰ, ਕਿਹਦੇ ਵਾਸਤੇ? ਡਿਵੈਲਪਮੈਂਟ ਵਾਸਤੇ। ਅਤੇ ਜਿਹੜੀ IMF ਆ, IMF ਬੈਲੈਂਸ ਆਫ ਪੇਮੈਂਟ ਨੂੰ ਮੈਨੇਜ ਕਰਨ ਵਾਸਤੇ। ਜ਼ਿਆਦਾ ਡੂੰਘਾਈ ਦੇ ਵਿੱਚ ਨਾ ਜਾਇਓ। ਬੈਲੈਂਸ ਆਫ ਪੇਮੈਂਟ ਕੀ ਹੁੰਦਾ? ਜੇ ਪਤਾ ਬੱਚਿਆਂ ਨੂੰ ਤਾਂ ਵਧੀਆ ਗੱਲ ਆ, ਨਹੀਂ ਪਤਾ ਤਾਂ ਜ਼ਿਆਦਾ ਤੁਹਾਨੂੰ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਜਾਣ ਦੀ ਲੋੜ ਨਹੀਂ, ਕਿਉਂਕਿ ਤੁਹਾਡਾ ਕੱਲ੍ਹ ਪੇਪਰ ਹੈ, ਠੀਕ ਹੈ। ਬਾਕੀ ਉਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਰਹਾਂਗੇ, ਆਪਾਂ ਚਰਚਾ ਕਰ ਲਾਂਗੇ, ਸਮਝਾ ਦੂੰ ਸਾਰਾ ਕੁਝ ਤੁਹਾਨੂੰ ਮੈਂ, ਠੀਕ ਹੈ ਜੀ। ਬਸ ਇੰਨਾ ਕੁ ਯਾਦ ਰੱਖਿਓ ਕਿ ਇਹ ਡਿਵੈਲਪਮੈਂਟ ਵਾਸਤੇ ਲੋਨ ਨਹੀਂ ਦਿੰਦੀ IMF, ਠੀਕ ਹੈ। ਵਰਲਡ ਬੈਂਕ ਆ, ਵਰਲਡ ਬੈਂਕ ਦਾ ਗਰੁੱਪ ਹੈ ਪੂਰਾ। ਦੇਖੋ ਇਹਦੇ ਵਿੱਚ 6 ਇੰਸਟੀਟਿਊਸ਼ਨਸ ਆਉਂਦੀਆਂ ਨੇ, 5 ਇੰਸਟੀਟਿਊਸ਼ਨਸ ਆਉਂਦੀਆਂ ਨੇ ਮੇਨਲੀ, ਮੋਟਾ ਦੇਖ ਲਓ। IBRD, IDA, IFC, ਮੀਗਾ ਅਤੇ ICSID। ਇਹ ਇੰਸਟੀਟਿਊਸ਼ਨਸ ਨੇ ਜਿਹੜੀਆਂ ਵਰਲਡ ਬੈਂਕ ਗਰੁੱਪ ਦੇ ਵਿੱਚ ਆਉਂਦੀਆਂ ਨੇ। ਵਰਲਡ ਬੈਂਕ ਦੇ ਜਿਹੜੇ ਚੇਅਰਪਰਸਨ ਤੁਹਾਨੂੰ ਮੈਂ ਦੱਸ ਹੀ ਦਿੱਤਾ, ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਕੌਣ ਨੇ? ਡੇਵਿਡ ਮਾਲਪਾਸ ਨੇ। ਅਤੇ ਵਰਲਡ ਬੈਂਕ ਦੇ ਜਿਹੜੇ ਚੀਫ ਇਕੋਨੋਮਿਸਟ ਨੇ, ਇਹ ਭਾਰਤੀ ਨੇ, ਇਹ ਜ਼ਰੂਰ ਯਾਦ ਰੱਖ ਲਿਓ, ਇੰਦਰਮੀਤ ਗਿੱਲ। ਚੱਲਦੇ ਹਾਂ ਅੱਗੇ। ਦੇਖੋ WTO ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ, ਇਹ 1995 ਦੇ ਵਿੱਚ ਬਣੀ ਸੀ। ਕਿਹਦੀ ਜਗ੍ਹਾ 'ਤੇ ਆਈ ਸੀ? ਗੈਟ ਦੀ ਜਗ੍ਹਾ 'ਤੇ। ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ, ਉਹਦੀ ਜਗ੍ਹਾ 'ਤੇ ਬਣੀ ਸੀ। ਇਹ ਕਦੋਂ ਹੋਇਆ ਸੀ? 1948 ਦੇ ਵਿੱਚ। 1995 ਦੇ ਵਿੱਚ ਇਸੇ ਨੂੰ ਚੇਂਜ ਕਰਕੇ ਕੀ ਬਣਾਤਾ ਗਿਆ? WTO। ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ, ਸਾਰਕ ਦਾ ਮੈਂ ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਇੱਕ ਸ਼ਾਰਟ ਬਣਾ ਕੇ ਦਿੱਤਾ ਸੀ, ਮਤਲਬ ਹੱਥ ਨਾਲ ਮੈਪ ਬਣਾ ਕੇ, ਠੀਕ ਹੈ ਜੀ। ਇਹਦਾ ਹੈੱਡਕੁਆਟਰ ਕਾਠਮਾਂਡੂ ਨੇਪਾਲ ਦੇ ਵਿੱਚ ਆ, ਪਰ ਇਹ ਜਿਹੜੀ ਬਣੀ ਸੀ, ਇਹ ਬਣੀ ਸੀ ਢਾਕਾ ਦੇ ਵਿੱਚ, ਬੰਗਲਾਦੇਸ਼ ਦੇ ਵਿੱਚ। ਕਦੋਂ ਬਣੀ ਸੀ? ਦਸੰਬਰ 1985 ਦੇ ਵਿੱਚ। ਇਹਦੇ ਜਿਹੜੇ ਇਸ ਟਾਈਮ ਜਨਰਲ ਨੇ, ਇਹ ਸਾਲਾ ਵੀਰਾਕੋਮ ਨੇ। ਇਹਦੇ ਵਿੱਚ 8 ਦੇਸ਼ ਨੇ। 8 ਦੇਸ਼ ਜੇ ਤੁਸੀਂ ਨਕਸ਼ੇ ਦੇ ਵਿੱਚ ਦੇਖੋਗੇ ਸਾਰੇ ਇਕੱਠੇ ਹੀ ਨੇ। ਇੱਕ ਸਾਈਡ 'ਤੇ ਅਫਗਾਨਿਸਤਾਨ ਪੈ ਜਾਂਦਾ, ਫਿਰ ਪਾਕਿਸਤਾਨ ਦੇ ਨਾਲ ਹੀ ਭਾਰਤ, ਨੇਪਾਲ, ਭੂਟਾਨ, ਬੰਗਲਾਦੇਸ਼, ਨੀਚੇ ਸ਼੍ਰੀਲੰਕਾ ਅਤੇ ਮਾਲਦੀਵਸ, ਠੀਕ ਹੈ ਜੀ। ਆਹ ਮੈਪ ਦਿੱਤਾ ਹੋਇਆ ਸਾਰਾ, ਆਹ ਸਾਰੇ ਦੇਸ਼ ਨੇ। ਆਸੀਆਨ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਹੈ, ਏਸ਼ੀਅਨ ਮਿਸ ਇਹਦੇ ਵਿੱਚੋਂ, ਸਾਊਥ ਈਸਟ ਏਸ਼ੀਅਨ ਨੇਸ਼ਨਸ। ਹੈੱਡਕੁਆਟਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਵਿੱਚ ਹੈ। 8 ਅਗਸਤ 1967 ਨੂੰ ਇਹ ਬਣਿਆ ਸੀ, ਠੀਕ ਹੈ। ਇਹਦੇ ਹੈੱਡ ਨੇ ਲਿਮਜ਼ੋਕ ਹੁਈਮੋਨ। ਇਹਦੇ ਵਿੱਚ 10 ਦੇਸ਼ ਨੇ, 10 ਦੇਸ਼। ਜੇ ਤੁਸੀਂ ਜਿਹੜੇ ਵੀ ਦੇਸ਼ ਹੁੰਦੇ ਨੇ ਕਿਸੇ ਵੀ ਗਰੁੱਪ ਦੇ, ਉਹਨਾਂ ਨੂੰ ਭਾਰਤ ਦੇ ਮੈਪ ਦੇ ਨਾਲ ਰਿਲੇਟ ਕਰਕੇ ਸਮਝਣ ਦੀ ਕੋਸ਼ਿਸ਼ ਕਰੋਗੇ, ਤੁਹਾਨੂੰ ਜ਼ਿਆਦਾ ਉਹ ਯਾਦ ਰਹਿਣਗੇ, ਠੀਕ ਹੈ ਜੀ। ਜਿਵੇਂ ਇੱਧਰ ਆਹ ਭਾਰਤ ਦਾ ਮੈਪ ਆ, ਦੇਖੋ। ਉਸ ਤੋਂ ਬਾਅਦ ਜਿਹੜੇ ਆਹ ਗਰੁੱਪ ਆ ਸਾਰਾ, ਇਹ ਮਿਆਂਮਾਰ, ਲਾਓਸ, ਥਾਈਲੈਂਡ, ਕੰਬੋਡੀਆ ਹੋ ਗਿਆ, ਵੀਅਤਨਾਮ, ਮਲੇਸ਼ੀਆ, ਸਿੰਗਾਪੁਰ, ਠੀਕ ਆ, ਬਰੂਨੇਈ, ਇੰਡੋਨੇਸ਼ੀਆ ਅਤੇ ਫਿਲੀਪੀਨਸ। ਇਹ ਸਾਰੇ 10 ਦੇ 10 ਜਿਹੜੇ ਦੇਸ਼ ਨੇ, ਇਹ ਆਸੀਆਨ ਦੇ ਮੈਂਬਰਸ ਨੇ, ਠੀਕ ਹੈ ਜੀ। ਚੱਲਦੇ ਹਾਂ ਅੱਗੇ।
ਚੱਲਦੇ ਹਾਂ AIIB, ਏਸ਼ੀਅਨ ਇਨਫਰਾਸਟਰਕਚਰ ਇਨਵੈਸਟਮੈਂਟ ਬੈਂਕ। ਇਹਦਾ ਹੈੱਡਕੁਆਟਰ ਬੀजिंग ਚਾਈਨਾ ਦੇ ਵਿੱਚ ਹੈ। 2016 ਦੇ ਵਿੱਚ ਬਣੀ ਸੀ, ਜਨਵਰੀ 2016 ਦੇ ਵਿੱਚ। ਜਿਨ ਲਿੰਕੂਨ ਨੇ ਜਿਹੜੇ ਇਹਦੇ ਇਹ ਕਰੰਟ ਹੈੱਡ ਨੇ। ਇਹਦੇ ਵਾਈਸ ਚੇਅਰਮੈਨ, ਵਾਈਸ ਪ੍ਰੈਜ਼ੀਡੈਂਟ ਕੌਣ ਬਣੇ ਸੀ? ਥੋੜ੍ਹੇ ਦਿਨ ਪਹਿਲਾਂ ਤੁਹਾਨੂੰ, ਥੋੜ੍ਹੇ ਦਿਨ ਨਹੀਂ, ਸ਼ਾਇਦ ਕੱਲ੍ਹ ਪਰਸੋਂ ਹੀ ਪੜ੍ਹਾਇਆ ਸੀ। ਵਾਈਸ ਪ੍ਰੈਜ਼ੀਡੈਂਟ ਇਹਦੇ ਬਣੇ ਸੀ ਭਾਰਤ ਦੇ ਉਰਜਿਤ ਪਟੇਲ। ਉਰਜਿਤ ਪਟੇਲ, ਠੀਕ ਹੈ। ਰਿਲੇਟ ਕਰਕੇ ਯਾਦ ਰੱਖਣ ਦੀ ਕੋਸ਼ਿਸ਼ ਕਰਿਆ ਕਰੋ। NDB, ਨਿਊ ਡਿਵੈਲਪਮੈਂਟ ਬੈਂਕ, ਜਾਂ ਇਹਨੂੰ ਬ੍ਰਿਕਸ ਬੈਂਕ ਵੀ ਕਹਿੰਦੇ ਨੇ, ਬ੍ਰਿਕਸ ਡਿਵੈਲਪਮੈਂਟ ਬੈਂਕ ਵੀ ਕਹਿੰਦੇ ਨੇ। ਇਹਦਾ ਹੈੱਡਕੁਆਟਰ ਸ਼ੰਘਾਈ ਦੇ ਵਿੱਚ ਆ। AIIB ਦਾ ਜਿਹੜਾ ਹੈੱਡਕੁਆਟਰ ਉਹ ਬੀजिंग ਦੇ ਵਿੱਚ ਹੈ, ਅਤੇ ਜਿਹੜਾ NDB ਦਾ ਹੈੱਡਕੁਆਟਰ ਹੈ ਉਹ ਸ਼ੰਘਾਈ ਦੇ ਵਿੱਚ ਹੈ ਦੋਨੋਂ ਚਾਈਨਾ ਦੇ ਵਿੱਚ ਨੇ। ਇਹ ਕਦੋਂ ਬਣੀ ਸੀ? 2014 ਦੇ ਵਿੱਚ। KV ਕਾਮਤ ਨੇ ਜਿਹੜੇ ਇਹਦੇ ਹੁਣ ਅਗਲੇ ਜਿਹੜੇ ਹੈੱਡ ਬਣੇ ਨੇ, ਠੀਕ ਹੈ। ਅਤੇ ਜਿਹੜੀ ਇਹ ਬੈਂਕ ਆ, ਦੇਖੋ ਬ੍ਰਿਕ ਸੀ ਇੱਕ, ਬ੍ਰਿਕ ਬਣੀ ਸੀ 2006 ਦੇ ਵਿੱਚ। ਬ੍ਰਿਕ ਮਤਲਬ ਬ੍ਰਾਜ਼ੀਲ, ਰਸ਼ੀਆ, ਇੰਡੀਆ ਅਤੇ ਚਾਈਨਾ। 2009 ਦੇ ਵਿੱਚ ਇਹਦੇ ਵਿੱਚ ਮਿਲ ਗਿਆ ਬ੍ਰਿਕਸ, ਤਾਂ ਇਹ ਬਣ ਗਿਆ ਬ੍ਰਿਕਸ, ਬਣ ਗਿਆ ਬ੍ਰਿਕਸ। ਸਾਊਥ ਅਫਰੀਕਾ ਇਹਦੀ ਪਹਿਲੀ ਮੀਟਿੰਗ 2009 ਦੇ ਵਿੱਚ ਹੋਈ। ਤਾਂ 2009 ਤੋਂ ਬਾਅਦ ਇਹਦੀ ਜਿਹੜੀ ਚੌਥੀ ਮੀਟਿੰਗ ਹੋਈ, 4th ਮੀਟਿੰਗ ਜਿਹੜੀ ਇਹਦੀ ਹੋਈ, 4th ਮੀਟਿੰਗ ਹੋਈ ਇਹਦੀ 2012 ਦੇ ਵਿੱਚ। 2012 ਦੇ ਵਿੱਚ ਭਾਰਤ ਨੇ ਮਤਲਬ ਭਾਰਤ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੀ ਇੱਕ ਬੈਂਕ ਆ ਜਿਹੜੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ 2014 ਦੇ ਵਿੱਚ NDB ਦੀ ਸਥਾਪਨਾ ਕੀਤੀ ਗਈ। ਇਹਦੇ ਵਿੱਚ ਟੋਟਲ ਜਿਹੜੇ 9 ਮੈਂਬਰ ਨੇ, 5 ਤਾਂ ਬ੍ਰਿਕਸ ਦੇਸ਼ ਹੀ ਹੋ ਗਏ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਅਤੇ ਸਾਊਥ ਅਫਰੀਕਾ। ਇਹਦੇ ਤੋਂ ਬਿਨਾਂ 4 ਹੋਰ ਦੇਸ਼ ਨੇ ਜਿਹੜੇ ਇਹਦਾ ਹਿੱਸਾ ਬਣੇ ਹੋਏ ਨੇ। ਇੱਕ ਹੋ ਗਿਆ ਬੰਗਲਾਦੇਸ਼, ਠੀਕ ਹੈ, ਇਜਿਪਟ ਹੋ ਗਿਆ, ਅਤੇ ਇੱਕ ਹੋ ਗਿਆ UAE, ਅਤੇ ਇੱਕ ਹੋ ਗਿਆ ਉਰੂਗਵੇ, ਠੀਕ ਹੈ ਜੀ। ਇਹ 9 ਦੇਸ਼ ਨੇ ਜਿਹੜੇ ਬ੍ਰਿਕਸ ਬੈਂਕ ਦਾ ਹਿੱਸਾ ਨੇ। ਸਿਰਫ ਬ੍ਰਿਕਸ ਕੰਟਰੀਜ਼ ਨਹੀਂ ਹੈਗੀਆਂ, ਇਹਦੇ ਨਾਲ ਹੋਰ ਵੀ ਨੇ। ਏਸ਼ੀਅਨ ਡਿਵੈਲਪਮੈਂਟ ਬੈਂਕ ADB 1966 ਦੇ ਵਿੱਚ ਬਣੀ ਸੀ। 68 ਮੈਂਬਰਸ ਨੇ। ਮਸਤਗੂ ਅਸਾਕਾਵਾ ਇਹਦੇ ਜਿਹੜੇ ਹੈੱਡ ਨੇ। ਮਨੀਲਾ ਫਿਲੀਪੀਨਸ ਦੇ ਵਿੱਚ ਇਹਦਾ ਹੈੱਡਕੁਆਟਰ ਹੈ। 2-3 ਦਿਨ ਪਹਿਲਾਂ ਹੀ ਪੜ੍ਹਾਇਆ ਸੀ ਤੁਹਾਨੂੰ, ਇਹ 2-3 ਵਾਰੀ ਪੜ੍ਹਾ ਚੁੱਕਿਆ ਪਿਛਲੇ 2-3 ਦਿਨਾਂ ਦੇ ਵਿੱਚ, ਠੀਕ ਹੈ ਜੀ। ਇੱਕ ਜਿਹੜੀਆਂ ਜਿਨੇਵਾ ਦੇ ਵਿੱਚ ਬਹੁਤ ਜ਼ਿਆਦਾ ਇੰਸਟੀਟਿਊਸ਼ਨਸ ਦੇ ਹੈੱਡਕੁਆਟਰ ਨੇ, ਉਹ ਸਾਰੀਆਂ ਦੇ ਤੁਸੀਂ ਇੱਕ ਵਾਰ ਦੇਖ ਲਓ ਕਿਹੜੀਆਂ ਇੰਸਟੀਟਿਊਸ਼ਨਸ ਉਹਦੇ ਵਿੱਚ ਜਿਹੜੀਆਂ ਫੇਮਸ ਨੇ, ਜਿਨ੍ਹਾਂ ਦੇ ਅਕਸਰ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। ਦੇਖੋ, ਇੱਕ ਤਾਂ ILO ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ISO ਇੰਟਰਨੈਸ਼ਨਲ ਸਟੈਂਡਰਡਾਈਜੇਸ਼ਨ ਆਰਗੇਨਾਈਜੇਸ਼ਨ, ITU ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ, UNCTAD UN ਕਨਵੈਨਸ਼ਨ ਔਨ ਟ੍ਰੇਡ ਐਂਡ ਡਿਵੈਲਪਮੈਂਟ। ਅਤੇ ਉਸ ਤੋਂ ਬਿਨਾਂ ਹੋ ਗਿਆ, ਇੱਕ ਹੋ ਗਿਆ UNAID ਏਡਸ ਵਾਸਤੇ ਸਪੈਸ਼ਲ ਬਣੀ ਹੋਈ ਇੰਸਟੀਟਿਊਸ਼ਨ ਹੈ UN ਦੀ ਇਹ। ਅਤੇ ਉਸ ਤੋਂ ਬਾਅਦ WHO ਵਰਲਡ ਹੈਲਥ ਆਰਗੇਨਾਈਜੇਸ਼ਨ, WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਅਤੇ WMO ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ WEF ਹੋ ਗਿਆ, ਵਰਲਡ ਇਕੋਨੋਮਿਕ ਫੋਰਮ, ਅਤੇ WIPO ਹੋ ਗਿਆ, ਵਰਲਡ ਇੰਟਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ, ਗਾਵੀ ਹੋ ਗਿਆ। ਗਾਵੀ ਇਹ ਇੱਕ ਵੈਕਸੀਨ ਅਲਾਇੰਸ ਹੈ ਜਿਹੜਾ ਗਰੀਬ ਦੇਸ਼ਾਂ ਦੇ ਵਿੱਚ ਜਿਹੜੀ ਘੱਟ ਰੇਟ 'ਤੇ ਦਵਾਈਆਂ ਪਹੁੰਚਾਉਣ ਦਾ ਕੰਮ ਕਰਦੀ ਹੈ। ਉਸ ਤੋਂ ਬਿਨਾਂ ਇੱਕ OSCE ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ, ਤੁਸੀਂ ਯਾਦ ਰੱਖਿਓ। ਇਹ ਇੱਕ ਸਿਕਿਉਰਿਟੀ ਐਗਰੀਮੈਂਟ ਹੈ ਕਿਹਦਾ? ਯੂਰਪ ਦਾ, ਠੀਕ ਹੈ ਜੀ। OSCE ਇਹਨਾਂ ਸਾਰਿਆਂ ਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਪੈਂਦਾ? ਹੈੱਡਕੁਆਟਰ ਇਹਨਾਂ ਸਾਰਿਆਂ ਦਾ ਪੈਂਦਾ ਹੈ ਜਿਨੇਵਾ ਦੇ ਵਿੱਚ, ਠੀਕ ਹੈ ਜੀ। ਜਿਨੇਵਾ ਕਿੱਥੇ ਪੈਂਦਾ? ਸਵਿਟਜ਼ਰਲੈਂਡ ਦੇ ਵਿੱਚ, ਠੀਕ ਹੈ ਦੋਸਤੋ। ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਤਾਂ ਕਿ ਹੋਰ ਬੱਚਿਆਂ ਤੱਕ ਵੀ ਜਾਣਕਾਰੀ ਪਹੁੰਚ ਸਕੇ। ਨਵੇਂ ਜੁੜੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬਾਕੀ ਜਿਹੜਾ ਕੱਲ੍ਹ ਤੁਹਾਡਾ ਪੇਪਰ ਹੈ, ਜੇ ਪੇਪਰ ਦੀ ਹਾਰਡ ਕਾਪੀ ਜਾਂ ਸੌਫਟ ਕਾਪੀ ਕੋਈ ਵੀ ਮਿਲ ਸਕੀ ਤਾਂ ਸ਼ਾਮ ਨੂੰ ਵੀ ਤੁਹਾਡੇ ਨਾਲ ਉਹ ਸ਼ੇਅਰ ਕਰ ਦਾਂਗੇ। ਉਹਦਾ ਜਿਹੜਾ ਵੀ ਮਤਲਬ ਐਨਾਲਾਈਸਿਸ ਤੁਹਾਡੇ ਪੇਪਰ ਦਾ ਤੁਹਾਨੂੰ ਮਿਲ ਜਾਣਾ। ਬਾਕੀ ਤੁਸੀਂ ਆਪਣਾ ਪੇਪਰ ਦਿਓ। ਫੋਰੈਸਟ ਗਾਰਡ ਦਾ ਤੁਹਾਨੂੰ ਪਤਾ ਲੱਗਣਾ ਕਿ ਜਿਹੜੇ ਤੁਸੀਂ ਇਹ 4-5 ਦਿਨਾਂ ਦੇ ਵਿੱਚ ਕਰੰਟ ਅਫੇਅਰਸ ਪੜ੍ਹੇ ਨੇ, ਤੁਹਾਨੂੰ ਇਹਨਾਂ ਤੋਂ ਕਿੰਨਾ ਫਾਇਦਾ ਹੋਇਆ, ਠੀਕ ਹੈ ਜੀ। ਠੀਕ ਹੈ ਦੋਸਤੋ, ਮਿਲਦੇ ਹਾਂ ਬਾਅਦ 'ਚ ਨਵੀਂ ਜਾਣਕਾਰੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ।